ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਐਜੂਕੇਸ਼ਨ ਵਰਲਡ YouTube ਚੈਨਲ। ਦੇਖੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਸੰਬਰ ਦੇ ਵਿੱਚ ਤੁਹਾਡਾ ਪੰਜਾਬ ਟੈਟ ਦਾ ਪੇਪਰ ਆ ਚੁੱਕਿਆ ਹੈ। ਤੁਹਾਡੇ ਲਈ ਬਹੁਤ ਹੀ ਵੱਡੀ ਅਪੋਰਚੁਨਿਟੀ ਹੈ। ਇਸ ਪੇਪਰ ਲਈ ਸਭ ਤੋਂ ਵਧੀਆ ਟੀਚਰਸ ਤੋਂ ਸਭ ਤੋਂ ਵਧੀਆ ਕੋਚਿੰਗ ਦੇ ਨਾਲ ਇਸ ਪੇਪਰ ਦੀ ਤਿਆਰੀ ਕਰਨ ਲਈ ਤੇ ਇਸ ਪੇਪਰ ਦੇ ਵਿੱਚ ਆਪਣੀ ਸਫਲਤਾ ਨੂੰ ਜੇ ਤੁਸੀਂ ਯਕੀਨੀ ਬਣਾਉਣਾ ਚਾਹੁੰਦੇ ਹੋ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਹਦੇ ਵਿੱਚ ਮੈਂ ਤੁਹਾਨੂੰ ਪਿਛਲੇ ਸਾਲ ਦਾ 2021 ਦਾ ਪੰਜਾਬ ਟੈਟ ਦਾ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਚਾਈਲਡ ਪੈਡਾਗੋਜੀ, ਚਾਈਲਡ ਡਿਵੈਲਪਮੈਂਟ ਦੇ ਜਿਹੜੇ ਕੁਐਸਚਨਸ ਆਏ ਸੀ ਉਹ ਡਿਸਕਸ ਕਰਵਾਣੇ ਨੇ ਤੇ ਨਾਲ ਹੀ ਨਾਲ ਤੁਹਾਡੇ ਲਈ ਬਹੁਤ ਵਧੀਆ ਜਾਣਕਾਰੀ ਹੈ ਕਿ ਐਜੂਕੇਸ਼ਨ ਵਰਲਡ ਪੰਜਾਬ ਦੇ ਟੈਟ ਦੀ ਤਿਆਰੀ ਆਫਲਾਈਨ ਵੀ ਕਰਵਾ ਰਿਹਾ ਹੈ ਅਤੇ ਆਨਲਾਈਨ ਵੀ ਕਰਵਾ ਰਿਹਾ ਹੈ। ਤੁਸੀਂ ਆਨਲਾਈਨ ਸਾਡੇ YouTube ਚੈਨਲ ਤੇ ਸਾਡੇ ਨਾਲ ਜੁੜ ਸਕਦੇ ਹੋ। ਆਨਲਾਈਨ ਤੁਸੀਂ ਮੋਬਾਈਲ ਐਪਲੀਕੇਸ਼ਨ ਦੇ ਸਾਡਾ ਪੰਜਾਬ ਟੈਟ ਦਾ ਕੋਰਸ ਖਰੀਦ ਕੇ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ। ਡੇਲੀ ਲਾਈਵ ਕਲਾसेस ਰਹਿੰਦੀਆਂ ਨੇ ਚਾਈਲਡ ਪੈਡਾਗੋਜੀ ਦੀਆਂ, ਤੁਹਾਡੇ ਸਬਜੈਕਟਸ ਦੀਆਂ, ਪੰਜਾਬ ਟੈਟ ਦੇ ਪੂਰੇ ਪੇਪਰ ਦੀਆਂ ਤੇ ਤੁਸੀਂ ਜਲਦੀ ਤੋਂ ਜਲਦੀ ਇਸ ਕੋਰਸ ਵਿੱਚ ਐਨਰੋਲ ਕਰ ਸਕਦੇ ਹੋ। ਮੋਬਾਈਲ ਐਪਲੀਕੇਸ਼ਨ ਤੋਂ ਪਰਚੇਜ਼ ਕਰ ਸਕਦੇ ਹੋ। ਆਨਲਾਈਨ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਲਾਈਵ ਕਲਾसेस ਦੇ ਨਾਲ ਟੀਚਰਸ ਤੋਂ, ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪੰਜਾਬ ਟੈਟ ਦਾ ਕੋਰਸ ਵੀ ਖਰੀਦ ਸਕਦੇ ਹੋ। ਅੱਜ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਪੰਜਾਬ ਟੈਟ ਦਾ ਚਾਈਲਡ ਪੈਡਾਗੋਜੀ ਦਾ ਪਿਛਲੇ ਸਾਲ ਦਾ ਪੇਪਰ 1। ਦੇਖੋ, ਪਹਿਲਾ ਕੁਐਸਚਨ ਇਹਦੇ ਵਿੱਚ ਆਇਆ ਸੀ, ਉਮਰ ਦੇ ਵਧਣ ਕਾਰਨ ਸਰੀਰਕ, ਸਮਾਜਿਕ ਅਤੇ ਮਾਨਸਿਕ ਪੱਖਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਉਤਪत्ति ਵਿਗਿਆਨ, ਸੁਹਜਵਾਦ, ਬਿਰਧ ਰੋਗ ਵਿਗਿਆਨ ਜਾਂ ਨਿਦਾਨਕ ਮਨੋਵਿਗਿਆਨ। यानी कि the study of physical, social and mental aspects of aging is called genetics, aesthetics, gerontology या clinical psychology। तेरा सही जवाब सी बिरध रोग विज्ञान यानी कि gerontology। अगला क्वेश्चन सी साडा, थॉर्नडाइक ने सिੱਖਣ ਦੇ किस नियम ਨੂੰ पेश नहीं ਕੀਤਾ? देखो, थॉर्नडाइक ਦੇ 3 लॉ सी ਤੇ ਉਹਦੇ ਵਿੱਚੋਂ ਕਿਹੜਾ ਨਿਯਮ ਉਹਨਾਂ ਨੇ ਨਹੀਂ ਦਿੱਤਾ? ਸਾਡੇ ਕੋਲ ਆਪਸ਼ਨ ਸੀ law of exercise, law of immediate recall, law of readiness या law of effect। यानी कि which law of learning has not been propounded by Thorndike। ਤੇ Thorndike ਦਾ ਜਿਹੜਾ law of immediate recall ਕੋਈ ਵੀ law ਨਹੀਂ ਹੈ ਜਿਹੜਾ Thorndike ਨੇ ਦਿੱਤਾ ਸੀ। E.L. Thorndike ਦੁਆਰਾ ਜਿਹੜੇ laws ਦਿੱਤੇ ਗਏ ਸੀ ਉਹਨਾਂ ਵਿੱਚ law of exercise ਵੀ ਆਂਦਾ ਹੈ, law of readiness ਵੀ ਆਂਦਾ ਹੈ, law of effect ਵੀ ਆਂਦਾ ਹੈ, ਪਰ law of immediate recall ਨਹੀਂ ਆਂਦਾ। फिर उस तो बाद अगला क्वेश्चन है साडे को, मनुखी वाधा किस तब्दीली का संकेत दिंदा है? गिनात्मक पहलू, गुणात्मक पहलू, दोवें पहलू या ना ही गिनात्मक ते ना ही गुणात्मक। तो देखो, ਇਹਦਾ आंसर भी बहुत आसान सी क्योंकि ਅਸੀਂ ਇਹ ਬਿਲਕੁਲ ਬੇਸਿਕ ਚ ਪੜ੍ਹਦੇ ਹਾਂ ਪੈਡਾਗੋਜੀ ਦੇ ਕਿ ਡਿਵੈਲਪਮੈਂਟ ਤੇ ਗਰੋਥ ਦੋਨਾਂ ਦੇ ਵਿੱਚ ਜਿਹੜਾ ਮੇਜਰ ਫਰਕ ਹੈ ਉਹ ਇਹੀ ਹੈ ਕਿ ਗਰੋਥ ਕੁਆਂਟੀਟੇਟਿਵ ਹੁੰਦੀ ਹੈ ਤੇ ਡਿਵੈਲਪਮੈਂਟ ਕੁਆਂਟੀਟੇਟਿਵ ਵੀ ਹੁੰਦੀ ਹੈ ਤੇ ਨਾਲ ਹੀ ਨਾਲ ਕੁਆਲਿਟੇਟਿਵ ਵੀ ਹੁੰਦੀ ਹੈ। So growth refers to the changes in quantitative aspects, qualitative aspects, both quantitative and qualitative ਜਾਂ ਫਿਰ neither quantitative nor qualitative। ਤੇ ਜੇ growth ਦੀ ਗੱਲ ਕੀਤੀ ਜਾਏ ਤੇ ਉਹ ਸਿਰਫ ਤੇ ਸਿਰਫ quantitative ਹੁੰਦੀ ਹੈ which stops at maturation। ਜਿਹੜੀ ਮੈਚੂਰੇਸ਼ਨ ਦੇ ਖਤਮ ਹੋ ਜਾਂਦੀ ਹੈ। ਨੈਕਸਟ, ਬੱਚੇ ਦੇ ਮਨੋਲਿੰਗਿਕ ਵਿਕਾਸ ਦੀ ਥਿਊਰੀ ਕਿਸ ਦੁਆਰਾ ਪੇਸ਼ ਕੀਤੀ ਗਈ ਹੈ? ਦੇਖੋ, ਜੋ ਸਾਈਕੋਸੈਕਸੁਅਲ ਥਿਊਰੀ ਹੈ ਨਾ, ਥਿਊਰੀ ਆਫ ਸਾਈਕੋਸੈਕਸੁਅਲ ਡਿਵੈਲਪਮੈਂਟ ਆਫ ਅ ਚਾਈਲਡ ਇਜ਼ ਗਿਵਨ ਬਾय ਸਿਗਮੰਡ ਫਰੂਇਡ। ਸਿਗਮੰਡ ਫਰੂਇਡ ਦੇ ਦੁਆਰਾ ਇਹ ਥਿਊਰੀ ਦਿੱਤੀ ਗਈ ਹੈ ਜਿਹਦੇ ਵਿੱਚ ਸਟੇजेस ਉਹਨਾਂ ਨੇ ਡਿਫਾਈਨ ਕੀਤੀਆਂ ਕਿ ਇੱਕ ਪਹਿਲੀ ਸਟੇਜ ਹੁੰਦੀ ਹੈ ਔਰਲ ਸਟੇਜ, ਦੂਸਰੀ ਸਟੇਜ ਹੁੰਦੀ ਹੈ ਐਨਲ ਸਟੇਜ, तीसरी स्टेज ਹੁੰਦੀ ਹੈ ਫੈਲਿਕ ਸਟੇਜ ਤੇ ਚੌਥੀ ਸਟੇਜ ਰਹਿੰਦੀ ਹੈ ਲੇਟੈਂਟ ਸਟੇਜ। ਸੋ ਇਹ ਚਾਰੋਂ ਸਟੇजेस ਨੇ ਜਿਹੜੀਆਂ ਇਹ ਸਿਗਮੰਡ ਫਰੂਇਡ ਦੁਆਰਾ ਦਿੱਤੀਆਂ ਗਈਆਂ ਜਿਹਨੂੰ ਥਿਊਰੀ ਆਫ ਸਾਈਕੋਸੈਕਸੁਅਲ ਡਿਵੈਲਪਮੈਂਟ ਵੀ ਕਿਹਾ ਜਾਂਦਾ ਹੈ। ਸੋ ਸੀ ਸਾਡਾ ਰਾਈਟ ਆਪਸ਼ਨ ਸੀ। ਫਿਰ ਉਸ ਤੋਂ ਬਾਅਦ ਅਗਲਾ ਕੁਐਸਚਨ, ਅਸੈਸਮੈਂਟ ਆਫ ਸਟੂਡੈਂਟਸ ਟੂ ਮੋਨੀਟਰ देयर ਪ੍ਰੋਗਰੈਸ ਇਜ਼ ਨੋਨ ਐਜ਼। ਇਹ ਕੁਐਸਚਨ ਬੜਾ ਇੰਪੋਰਟੈਂਟ ਹੈ ਕਿਉਂਕਿ ਅਸੀਂ ਇਹਦੇ ਵਿੱਚ ਫਾਰਮੇਟਿਵ ਇਵੈਲੂਏਸ਼ਨ ਪੜ੍ਹਦੇ ਹਾਂ, ਕੰਪਰੀਹੈਂਸਿਵ ਇਵੈਲੂਏਸ਼ਨ ਪੜ੍ਹਦੇ ਹਾਂ। ਉਸ ਟੌਪਿਕ ਦੇ ਵਿੱਚੋਂ ਹੈ क्वेश्चन पूछा गया सी कि विद्यार्थियों ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਮੁਲਾਂਕਣ ਕਿਸ ਨੂੰ ਜਾਣਿਆ ਜਾਂਦਾ? ਕਿਹੜੇ ਮੁਲਾਂਕਣ ਨੂੰ ਵਰਤਿਆ ਜਾਂਦਾ ਹੈ?
ਸਿੱਖਣ ਲਈ ਮੁਲਾਂਕ, ਸਿੱਖਣ ਤੋਂ ਮੁਲਾ ਗਿਆ ਸਿੱਖਣ ਦਾ ਮੁਲਾਂਕਨ। ਤੇ ਇਹਦਾ ਰਾਈਟ ਆਨਸਰ ਸੀ ਅਸੈਸਮੈਂਟ ਆਫ ਸਟੂਡੈਂਟਸ ਟੂ ਮੋਨੀਟਰ देयर प्रोग्रेस। ਇਹ ਫਾਰਮੇਟਿਵ ਇਵੈਲੂਏਸ਼ਨ ਹੁੰਦੀ ਹੈ। फॉर्मेटिव इवैल्यूएशन यानी कि असेसमेंट फॉर लर्निंग। फॉर्मेटिव इवैल्यूएशन का मतलब असेसमेंट फॉर लर्निंग। फिर उस तो बाद कंक्लूजन ऑफ अ वैलिड डिडक्टिव आर्गूमेंट इज, बड़ा क्वेश्चन सिंपल सी, जेड़ा डिडक्टिव आर्गूमेंट होए प्लस वैलिड होए ओदा रिजल्ट हमेशा जेड़ा हुंदा ना वो सर्टेन हुंदा, पक्का यकीनी हुंदा, पक्के तौर पे यकीनी यानी पक्के तौर पे निश्चित हुंदा। ते राइट आंसर इज ऑप्शन नंबर ए। अगला क्वेश्चन आया से लिंग पर पक्षपात तो की भाव है जेंडर बायस। जेंडर बायस का टॉपिक भी बड़ा इंपॉर्टेंट है, किस तरह ਨਾਲ ਅਸੀਂ गर्ल्स स्टूडेंट्स ਤੇ बॉयज स्टूडेंट्स ਨੂੰ ਡੀਲ ਕਰਨਾ ਹੈ, ਟੈਕਲ ਕਰਨਾ ਹੈ, ਉਹਦੇ ਰਿਲੇਟਡ ਸੀ ਹੈ ਕਿ जेंडर बायस ਤੋਂ ਕੀ ਭਾਵ ਹੈ। responding equally to male and female students, responding directly to male and female students without having sound educational reasons, responding differently to male and female student on basis of sound educational reasons, या responding equally to male and female students on all educational issues। देखो जिन्ने भी educational issues ने उहदे ते equally behave करना, या responding differently to male and female student on basis of sound educational reasons, बिना सही educational reasons दे हुंदे होए दोनों ਨੂੰ ਵੱਖਰਾ ਵੱਖਰਾ ਡੀਲ ਕੀਤਾ ਜਾਏ, या फिर responding differently to male and female student without having educational reasons, या responding equally in using technology। ਹੁਣ ਦੇਖੋ ਇੱਕ ਗੱਲ ਸੁਣੋ ਧਿਆਨ ਨਾਲ, ਜਦੋਂ ਅਸੀਂ equally behave ਕਰਾਂਗੇ ਨਾ ਤੇ ਉਹ no gender bias ਹੁੰਦਾ, ਉਹਦੇ ਵਿੱਚ ਅਸੀਂ ਕੋਈ ਭੇਦਭਾਵ ਨਹੀਂ ਕਰੇ ਕਰਦੇ। there is no gender bias if we are behaving equally। और कुछ जेन्युइन रीजंस हैं उसकी वजह से हम दोनों को अलग अलग टैकल कर रहे हैं, तो उसमें तो हम उनकी प्रॉब्लमेटिक एरिया को समझते हुए बिहेव कर रहे हैं ना, विच इज वेरी वैलिड बिहेवियर, तो उसमें भी जेंडर बायस नहीं होता। पर बिना किसी रीजन के हम लोग उनको अलग अलग डील कर रहे हैं, अलग अलग टैकल कर रहे हैं, इसका मतलब हम उनमें भेदभाव कर रहे हैं, तो वो बी ऑप्शन राइट आंसर है। अगला क्वेश्चन है हमारे पास, एन इंडिविजुअल हु हैज स्पेसिफिक लर्निंग डिसेबिलिटी। पढ़न लिखन दे विच या सिखन दे विच ਉਹਨੂੰ ਅਯੋਗਤਾ ਹੈ, ਸਿੱਖਣ ਦੇ ਵਿੱਚ ਉਹਨੂੰ ਔਖਾ ਮਹਿਸੂਸ ਹੁੰਦਾ ਹੈ, ਉਹਦੀ ਡਿਸੇਬਿਲਿਟੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ, ਕਿਸ ਤਰ੍ਹਾਂ ਨਾਲ ਉਹਦਾ ਆਨਸਰ ਜਿਹੜਾ ਹੈਗਾ ਉਹ ਚਾਰੋਂ ਸਟੇਟਮੈਂਟਸ ਦੇ ਵਿੱਚ ਰਾਈਟ ਹੈ। ਪਹਿਲਾ, disorder in which one or more basic psychological process, ਦਿਮਾਗ ਦੇ ਨਾਲ ਰਿਲੇਟਡ ਪ੍ਰੋਬਲਮ ਹੈਗੀ ਹੈ, difficulty in learning ਜਾਂ problems not due to visual and hearing impairment। ਦੇਖੋ ਲਰਨਿੰਗ ਡਿਸੇਬਿਲਿਟੀ ਦੇ ਵਿੱਚ जे विजुअल या हेयरिंग इंपेयरमेंट है ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸਾਨੂੰ ਸਪੈਸ਼ਲ ਤਰੀਕੇ ਅਪਣਾਣੇ ਪੈਂਦੇ ਆ, ਸਪੈਸ਼ਲੀ ਏਬਲਡ ਚਾਈਲਡ ਉਹਨਾਂ ਨੂੰ ਕਿਹਾ ਜਾਂਦਾ ਹੈ, ਸਪੈਸ਼ਲ ਤਰੀਕੇ ਸਾਨੂੰ ਅਪਣਾਣੇ ਪੈਂਦੇ ਉਹਨਾਂ ਨੂੰ ਸਮਝਾਉਣ ਲਈ, ਠੀਕ ਹੈ। ਤੇ ਜਿਹਦੀ ਸਪੈਸਿਫਿਕ ਲਰਨਿੰਗ ਡਿਸੇਬਿਲਿਟੀ ਹੋਏ ਨਾ ਉਹਨੂੰ ਪੜਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਇਹ ਉਹ ਪ੍ਰੋਬਲਮ ਨਹੀਂ ਹੈ ਜਿਹੜੀ ਵਿਜ਼ੂਅਲ ਜਾਂ ਹੀਅਰਿੰਗ ਇੰਪੇਅਰਮੈਂਟ ਦੀ ਵਜ੍ਹਾ ਨਾਲ ਨਾ ਹੋਏ, ਇਹਦੇ ਕਰਕੇ ਆਲ ਆਫ ਦਾ ਅਬਵ ਆਨਸਰ ਗਲਤ ਹੋ ਜਾਂਦਾ। ਅਗਲਾ ਆਪਸ਼ਨ ਹੈ ਸਾਡੇ ਕੋਲ, ਅਗਲਾ ਕੁਐਸਚਨ ਹੈ ਸਾਡੇ ਕੋਲ, for individuals to be motivated to satisfy the self actualization needs, deficiency needs to be satisfied first। देखो सेल्फ एक्चुअलाइजेशन नीड दी ਅਸੀਂ ਜੇ ਗੱਲ ਕਰੀਏ ਨਾ ਤੇ ਅਬਰਾਹਮ ਮਾਸਲੋ ਇੱਕ ਸਾਈਕੋ ਐਨਾਲਿਸਟ ਹੋਇਆ, ਸਾਈਕੋਲੋਜਿਸਟ ਹੋਇਆ, ਜਿਨ੍ਹਾਂ ਨੇ ਬਿਹੇਵੀਅਰ ਨੂੰ ਸਟੱਡੀ ਕੀਤਾ, ਜਿਨ੍ਹਾਂ ਨੇ ਗੱਲ ਕੀਤੀ ਕਿ ਪਹਿਲੀ ਜਿਹੜੀ ਨੀਡ ਹੁੰਦੀ ਹੈ ਨਾ ਬੰਦੇ ਦੀ ਉਹ ਫਿਜ਼ੀਓਲੋਜੀਕਲ ਜਾਂ ਫਿਰ ਬੇਸਿਕ ਨੀਡ ਹੁੰਦੀ ਹੈ, ਦੂਸਰੀ ਜਿਹੜੀ ਹੁੰਦੀ ਹੈ ਉਹ ਸੇਫਟੀ ਨੀਡ ਹੁੰਦੀ ਹੈ, ਤੀਸਰੀ ਸੋਸ਼ਲ ਨੀਡ ਹੁੰਦੀ ਹੈ, चौथी सेल्फ एस्टीम नीड ਹੁੰਦੀ ਹੈ, ਤੇ ਪੰਜਵੀਂ ਨੀਡ ਜਿਹੜੀ ਹੁੰਦੀ ਹੈ ਨਾ ਉਹ ਹੁੰਦੀ ਹੈ ਸੈਲਫ ਐਕਚੁਅਲਾਈਜੇਸ਼ਨ। ਤੇ ਇਹਨਾਂ ਦਾ ਕਹਿਣਾ ਇਹ ਵੀ ਸੀ ਕਿ ਪਹਿਲੀ ਨੀਡ ਪੂਰੀ ਕਰੋਗੇ ਤੇ ਤੁਸੀਂ ਦੂਸਰੀ ਤੇ ਜਾਂਦੇ ਹੋ, ਦੂਸਰੀ ਪੂਰੀ ਕਰੋਗੇ ਤੇ ਤੀਸਰੀ ਤੇ ਜਾਂਦੇ ਹੋ, ਤੀਸਰੀ ਪੂਰੀ ਕਰੋਗੇ ਤੇ ਚੌਥੀ ਤੇ ਜਾਂਦੇ ਹੋ, ਚੌਥੀ ਤੋਂ ਬਾਅਦ ਪੰਜਵੀਂ ਤੇ ਜਾਂਦੇ ਹੋ। ਤੇ ਅਬਰਾਹਮ ਮਾਸਲੋ ਦਾ ਇਹ ਕਹਿਣਾ ਸੀ ਕਿ ਇੰਡੀਵਿਜੂਅਲਸ यानी कि मनुख स्वै वास्तविकता दी जरूरतां नूं पूरा करन तो पहला दी जरूरतां पूरियां करदा है। अगला लेव वाइगोट्स्की बड़ा इंपॉर्टेंट है। लेव वाइगोट्स्की दा एक कांसेप्ट है जिहड़ा उन्हें दित्ते दा स्कैफोल्डिंग दा, ठीक है। स्कैफोल्डिंग दा मतलब की हुंदा है, हेल्प्स टीचर्स टू एक्वायर द नॉलेज एंड स्किल्स थ्रू सेल्फ स्टडी। इदां दी गल नहीं है हेल्प टीचर्स to acquire knowledge and skills online, इदां दी भी गल नहीं है। help students to acquire skills and knowledge they would have learned their own, ਜਿਹੜਾ ਉਹ ਆਪਣੇ ਆਪ ਤੇ ਸਿੱਖ ਸਕਦਾ ਉਹ ਸਕੈਫੋਲਡਿੰਗ ਨਹੀਂ ਹੁੰਦਾ।
ਜਿਹੜੀ ਚੀਜ਼ ਉਹ ਆਪਣੇ ਸਿਰ ਤੇ ਆਪਣੇ ਸਵੈ ਆਤਮ ਨਿਰਭਰਤਾ ਨਾਲ ਨਹੀਂ ਸਿੱਖ ਸਕਦਾ ਤੇ ਉਹਨੂੰ ਲਾਗੇ ਦੇ ਲੋਕਾਂ ਕੋਲੋਂ ਜਾਂ ਟੀਚਰਸ ਦੀ ਹੈਲਪ ਨਾਲ ਜਾਂ ਆਪਣੇ ਵੱਡਿਆਂ ਦੀ ਹੈਲਪ ਨਾਲ ਸਿੱਖਣੀ ਪੈ ਸਕਦੀ ਹੈ, ਉਹਨੂੰ ਸਕੈਫੋਲਡਿੰਗ ਕਿਹਾ ਜਾਂਦਾ ਹੈ। that is known as scaffolding. D option right answer है। अगला क्वेश्चन है साडे को गार्डनर इंटरपर्सनल इंटेलिजेंस इज। हुन देखो जेड़ा गार्डनर है उन्हें लेवल मल्टीपल इंटेलिजेंस की गल की। गार्डनर ने गल की मल्टीपल इंटेलिजेंस की, जिहदे विच विजुअल स्पैशियल भी आंदा है, लिंग्विस्टिक वर्बल भी आंदा है, इंट्रापर्सनल भी आंदा है, लॉजिकल मैथमेटिकल भी आंदा है, म्यूजिकल या बॉडी किनेस्थेटिकली आंदा है, या नैचुरलिस्टिक आंदा है। ते एक होर हुंदा है इंटरपर्सनल। इंटरपर्सनल इंट्रापर्सनल का मतलब हुंदा है मेरी प्रॉब्लम मैं अपने नाल भी डिस्कस कर रही हां। इंटरपर्सनल का हुंदा है जदों एक बंदा दूजे बंदे नाल गल कर रहा हुंदा है, ओनू कहा जाता है इंटरपर्सनल। ते इंटरपर्सनल दे अकॉर्डिंग केड़ी चीज सी? एबिलिटी टू हैंडल लॉन्ग चेन्स ऑफ रीजनिंग नहीं, अपनी बॉडी मूवमेंट्स टू कंट्रोल करना इंट्रापर्सनल हो जाता है। एबिलिटी टू रिस्पोंड एप्रोप्रिएटली टू मोटिवेशन एंड डिजायर्स ऑफ अदर पीपल या टू नो ओन स्ट्रेंथ, अपनी इंट्रापर्सनल हुंदियां, दूसरे बंदे ने नाल इंटरपर्सनल हुंदा। तो राइट आंसर इज ऑप्शन नंबर सी। अगला क्वेश्चन है कन्वर्जेंट थिंकिंग इज सिनोनिमस विद। कन्वर्जेंट थिंकिंग दा दूसरा अर्थ की है? क्रिएटिविटी नहीं, प्रोडक्टिव थिंकिंग नहीं, इनू इंटेलिजेंस किया जाता है। की किया जाता है? इंटेलिजेंस। सो सी ऑप्शन राइट आंसर है। अगला क्वेश्चन है साडे को अ कॉन्सेप्ट रिप्रेजेंट्स। कॉन्सेप्ट दा मतलब की हुंदा? देखो कॉन्सेप्ट ना किसी भी स्टिमुलाई दा ਉਹ श्रेणी हैगी है जिन्हां दे इक्को जिक्के फीचर्स हुंदे आ, इक्को जिक्का विशेषतावां हुंदियां, ते ओहदे हिसाब नाल साडा राइट आंसर सी कॉमन कैरेक्टरिस्टिक्स होना एक पर्टिकुलर क्लास ऑफ स्टिमुलाई दा, दैट इज अ कॉन्सेप्ट। 14th क्वेश्चन है साडे को सेफलोकॉर्डल ग्रोथ दा मतलब। सेफलोकॉर्डल दा मतलब हुंदा ग्रोथ इज फ्रॉम हेड डाउनवर्ड्स, हेड टू टो, हेड टू टो। देखो सेफलोकॉर्डल दे नाल साडे कोल एक होर हुंदा प्रॉक्सिमिडिस्टल। प्रॉक्सिमिडिस्टल दा मतलब की हुंदा? इनर टू आउटर, यानी सेंट्रल टू पेरिफेरल। अगला आंदा है व्हिच ऑफ द फॉलोइंग इज नॉट अ टाइप ऑफ मेटाकॉग्निटिव नॉलेज। मेटाकॉग्निटिव दी जे गल कीती जाए तो ओहदे विच केड़ी नॉलेज नहीं आंदी? ਉਹਦੇ ਵਿੱਚ ਆਂਦੀ ਹੈ ਇਵੈਲੂਏਟਿਵ ਨੌਲੇਜ, ਮੈਟਾਕੋਗਨੀਟਿਵ ਨੌਲੇਜ ਦਾ ਪਾਰਟ ਨਹੀਂ ਹੁੰਦੀ। ਇਵੈਲੂਏਟਿਵ ਦੇ ਵਿੱਚ ਨਾ ਅਸੀਂ ਬੜੀ ਡੀਪ ਐਨਾਲਿਸਿਸ ਕਰਦੇ ਹਾਂ। ਜਿੱਦਾਂ ਕਿ ਅਸੀਂ ਗੱਲ ਕਰੀਏ, ਐਗਜ਼ਾਮਪਲ ਦੱਸੀ ਮੈਂ ਕਿ ਜਿੱਦਾਂ ਇੱਕ ਬਨਾਨਾ ਹੈ, ਬਨਾਨਾ ਇਜ਼ ਯੈਲੋ ਇਨ ਕਲਰ, ਠੀਕ ਹੈ, ਉਹ ਇਵੈਲੂਏਟਿਵ ਨੌਲੇਜ ਨਹੀਂ ਹੈ, ਪਰ ਉਹਦੇ ਇੱਕ ਇੱਕ ਪਾਰਟ ਨੂੰ ਪੜ੍ਹਨਾ, ਸਮਝਣਾ ਜਾਂ ਇਸ ਤਰ੍ਹਾਂ ਨਾਲ ਕਿਉਂ ਹੈ, ਉਹਦੀ ਗਰੋਥ ਕਿਸ ਤਰ੍ਹਾਂ ਨਾਲ ਹੁੰਦੀ ਹੈ, ਉਹ ਇਵੈਲੂਏਟਿਵ ਨੌਲੇਜ। ਅਗਲਾ ਕੁਐਸਚਨ ਸੀ क्रिएटिव थिंकिंग दी स्टेजेस तो क्वेश्चन पूछा गया सी। क्रिएटिव थिंकिंग दी स्टेजेस यानी सर्जनात्मक सोच दे चार पड़ाव हुंदे ने, किहड़े-किहड़े हुंदे ने? पहला हुंदा प्रेपरेशन, ये तुहानू याद होना चाहिए कि पहला हुंदा प्रेपरेशन, दूसरा हुंदा इनक्यूबेशन, तीसरा हुंदा इल्यूमिनेशन ते चौथा हुंदा वेरिफिकेशन। हुण जदों ये चार पड़ाव हुंदे ने ते सीधा सीधा तुसीं ऑप्शन पढ़ना है। तुहाडे दिमाग च पहले ही आ जाना चाहिए कि चार क्रिएटिव थिंकिंग दी स्टेजेस असीं पढ़ियां सी, जेहड़ियां कि सी प्रेपरेशन, इनक्यूबेशन, इल्यूमिनेशन ते वेरिफिकेशन। ते वो चारों जेहड़ियां ने वो किहड़े टॉपिक दे विच ने? पहला प्रेपरेशन, चारों ठीक है, दूसरा इनक्यूबेशन ते ए दे ऑप्शन एलिमिनेट हो गया। इनक्यूबेशन तो बाद इल्यूमिनेशन आंदा, इलस्ट्रेशन नहीं आंदा, ते फिर डी ऑप्शन राइट हो गया। अगला The term inclusive education was used in the first time। inclusive education ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਜਿਸ ਵੀ ਤਰ੍ਹਾਂ ਦੇ ਬੱਚੇ ਨੇ ਸਾਰਿਆਂ ਨੂੰ ਇੱਕ ਸਮਾਨ ਰੱਖ ਕੇ ਪੜਾਉਣਾ ਜਾਂ ਉਹਨਾਂ ਦੀ ਪ੍ਰੋਬਲਮਸ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਇੱਕੋ ਤਰ੍ਹਾਂ ਦੇ ਮੌਕੇ ਦੇਣੇ, ਉਹਨੂੰ ਇਨਕਲੂਸਿਵ ਐਜੂਕੇਸ਼ਨ, ਸਰਵ ਸੰਮਿਲਿਤ ਐਜੂਕੇਸ਼ਨ ਕਿਹਾ ਜਾਂਦਾ ਹੈ। ਉਹਦੀ ਸਭ ਤੋਂ ਪਹਿਲਾਂ ਗੱਲ ਜਿਹੜੀ ਹੈਗੀ ਆ ਉਹ 2000 ਦੇ ਵਿੱਚ ਜਦੋਂ ਸਰਵ ਸਿੱਖਿਆ ਅਭਿਆਨ ਦੀ ਆਇਆ ਸੀ ਮੋਟੋ, ਉਦੋਂ ਇਹਦੀ ਗੱਲ ਕੀਤੀ ਗਈ ਸੀ। अगला क्वेश्चन है कॉम्प्रिहेंसिव एंड कंटिन्यूअस इवैल्यूएशन, CCE। कंटिन्यूअस एंड कॉम्प्रिहेंसिव इवैल्यूएशन से हमेशा एक क्वेश्चन बनता है। कंटिन्यूअस एंड कॉम्प्रिहेंसिव इवैल्यूएशन वो होंदी है जिहड़ी हर टाइम चलती रहती है, ठीक है, जिहदे अकॉर्डिंग असी टेस्ट लैने आ, फिर मिड टर्म्स लैने आ, फिर फाइनल एग्जामिनेशंस लैने आ, सारी ओवरऑल परफॉर्मेंस दे उत्ते जो फोकस रहिंदा ना,
ਤੇ ਉਹ ਕਿਹਦਾ ਰਹਿੰਦਾ ਹੈ ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਦਾ। ਤੇ ਇਹਦਾ ਸਿੱਧਾ ਸਿੱਧਾ ਆਨਸਰ ਸੀ, ਈਜ਼ੀ ਕੁਐਸਚਨ ਸੀ ਹੈ ਕਿ ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਦਾ ਓਵਰਆਲ ਮੁੱਦਾ ਕੀ ਹੈ ਕਿ ਬੱਚੇ ਦਾ ਜਿਹੜਾ ਸੁਧਾਰ ਹੋਏ ਉਹ ਸਮੁੱਚਾ ਹੋਏ। ਅਗਲਾ ਕੁਐਸਚਨ, ਗਿਫਟਡ ਸਟੂਡੈਂਟਸ ਡਿਫਰ ਫਰਮ ਨॉन ਗਿਫਟਡ। ਗਿਫਟਡ ਹੁੰਦਾ ਆਪਾਂ ਕਹਿੰਦੇ ਨਾ ਗਿਫਟਡ ਚਾਈਲਡ ਹੈ ਜਦੋਂ ਬਾਕੀ ਨਾਰਮਲ ਬੱਚਿਆਂ ਨਾਲੋਂ ਉਹਦੇ ਵਿੱਚ ਕੋਈ ਇੱਕ ਸਮਰੱਥਤਾ ਬਹੁਤ ਜ਼ਿਆਦਾ ਹੋਏ ਉਹਨੂੰ ਗਿਫਟਡ ਚਾਈਲਡ ਕਿਹਾ ਜਾਂਦਾ। ਉਹਨੂੰ ਕਿਹੜਾ ਬੱਚਾ ਕਿਹਾ ਜਾਂਦਾ ਹੈ ਗਿਫਟਡ ਚਾਈਲਡ ਕਿਹਾ ਜਾਂਦਾ। ਸੋ ਗਿਫਟਡ ਚਾਈਲਡ ਉਹ ਹੁੰਦਾ ਵਾ ਜਿਹੜਾ ਸਲੋਲੀ ਕੰਮ ਕਰਦਾ ਨਹੀਂ, ਲੋ ਲੈਵਲਸ ਆਫ ਮੋਟੀਵੇਸ਼ਨ ਸ਼ੋ ਕਰਦਾ ਨਹੀਂ, ਲੋ ਸੈਲਫ ਐਫੀਕੇਸੀ ਹੁੰਦੀ ਹੈ ਨਹੀਂ, ਇਹ ਉਹ ਬੱਚਾ ਹੋਏਗਾ ਜਿਹੜਾ ਸਿੱਖਣ ਦੀ क्षमता ਜ਼ਿਆਦਾ ਰੱਖਦਾ ਹੋਏਗਾ। ਠੀਕ ਹੈ। अगला, which of not is principle of universal design of learning? Universal design of learning, देखो what is to be learned, how it is to be learned, when it is to be learned and why it is to be learned. What, how ਤੇ why ਤੇ valid है। learning lifelong process है ਤੇ when it is to be learned कोई universal design ਦਾ ਪਾर्ट नहीं आंदा। फिर अगला क्वेश्चन है साडे को, minorities derived from which language source? माइनॉरिटी वर्ड किहड़े लैंग्वेज सोर्स तो निकलिया होया? लैटिन वर्ड तो निकलिया होया। लैटिन वर्ड माइनोटास, उन्हां दी लैंग्वेज माइनोटास लिखिया जांदा है जिन्नू कि इंग्लिश दे विच माइनर लिखिया जांदा स्मॉल। ते माइनॉरिटी वर्ड लैटिन वर्ड तो आया ते जिहड़े लोग कम हुंदे आ गिनती च उन्नू स्मॉल किया जांदा सी, स्मॉल ग्रुप, ते उत्थों एक माइनॉरिटी वर्ड आया। अगला, जमा घुमारी के मेरे थोड़ा सा करंट भी क्वेश्चन भी सी, सैरेबल पैल्सी दा इन्हां नू प्रॉब्लम सी पर इन्हां दा कंट्रीब्यूशन सब तो ज्यादा साहित्य दे रिलेटेड सी, लिटरेचर दी फील्ड दे विच इन्हां ने बहुत ज्यादा कंट्रीब्यूशन रखा, बड़ा फेमस नाम सी ते उहदे रिगार्डिंग क्वेश्चन पूछा गया सी। 23rd क्वेश्चन, अ टीचर आस्क्ड अ क्वेश्चन हु वुड लाइक टू सिट विद whom ड्यूरिंग द क्लास पिकनिक। एक टीचर ने क्वेश्चन पूछा कि पिकनिक ते कौन किदे नाल बहना चाहंदा है। After all, she collects the responses and analyzes the student preferences। उन्हें सारे रिस्पॉन्स सुने ते बच्चों की प्रेफरेंसेस जानिया ते फिर उन्हें पता लगे कि क्लास च सब तो ज़्यादा पॉपुलर बच्चा किहड़ा है ते क्लास च सब तो घट पॉपुलर बच्चा किहड़ा है। ਇਹਦੇ ਵਿੱਚ किस चीज़ की गल हो रही सी। ठीक है, ਇਹਦੇ ਵਿੱਚ ਵੇਖਿਆ ਜਾਏ ਤੇ ਇਹ ਜਿਹੜਾ ਵੇਖਿਆ ਜਾਂਦਾ ਇਹਨੂੰ ਸੋਸ਼ੀਓਮੈਟਰੀ ਕਿਹਾ ਜਾਂਦਾ। ਕੀ ਕਿਹਾ ਜਾਂਦਾ ਹੈ? ਸੋਸ਼ੀਓਮੈਟਰੀ। ਅਗਲਾ ਕੁਐਸਚਨ ਆਇਆ ਸੀ ਅਗੇਨ ਇਨਕਲੂਸਿਵ ਕਨਸੈਪਟ ਦੇ ਵਿੱਚੋਂ। inclusive setup refers to children with special needs in special schools, children with special needs in special schools, children with special schools special needs क्या करना है या कुछ बच्चे जेडे रेगुलर स्कूल्स तो होंदे ने ओदी रेडीनेस ते बेसिस ते या ऑल children with special needs in regular school along with children without disabilities या children without disability in the regular schools। ਹੁਣ ਦੇਖੋ ਜਿਹੜਾ ਬੱਚਿਆਂ 'ਚ disabilities ਨਹੀਂ ਹੈ ਉਹ regular schools ਦੇ ਵਿੱਚ ਪੜ੍ਹਨਗੇ, ਇਹ inclusive setup ਸੀ। ਅਗਲਾ, impairment occurs at, impairment ਕਿਹੜੇ ਲੈਵਲ ਤੇ ਹੁੰਦੀ ਹੈ? ਫੰਕਸ਼ਨਲ ਲੈਵਲ ਤੇ ਵੀ ਹੁੰਦੀ ਹੈ ਤੇ ਆਰਗਨ ਲੈਵਲ ਤੇ ਵੀ ਹੁੰਦੀ ਹੈ। ਠੀਕ ਹੈ, ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਸੀ। देखो कोई बॉडी पार्ट हो सकता है मिसिंग हुई है, सही तरह वर्क ना करता हो, सही तरह वर्क नहीं करता तो फंक्शनल है। कोई ऑर्गन काम ही नहीं करता वो फंक्शनल है। ऑर्गन लेवल कोई ऑर्गन दी की कहते हैं इंपेयरमेंट की जो गल की जाती है तो वह बिल्कुल भी काम ना करना वो भी ऑर्गन लेवल पे रह सकती है इंपेयरमेंट। अगला डिसकैलकुलिया, बड़ा ईजी क्वेश्चन है। कैलकुलिया मीनस कैलकुलेशंस। कैलकुलिया वर्ड तो पता लग जाता है कैलकुलेशंस, ते जिन्होंने कैलकुलेशंस नहीं करनी आती उन्होंने डिसकैलकुलिया की प्रॉब्लम है। अगला क्वेश्चन, पियाजेट डेवलपमेंट ऑफ साइकोलॉजी। देखो पियाजेट ने जिहड़ी थ्योरी दित्ती ना, पियाजेट दी जिहड़ी थ्योरी दी ਅਸੀਂ ਗੱਲ ਕਰਾਂਗੇ ਉਹ कॉग्निटिव थ्योरी है। पियाजेट दी थ्योरी किहड़ी थ्योरी है? कॉग्निटिव दी थ्योरी है। तो पियाजेट डेवलपमेंट इज कंसर्न्ड विद कॉग्निटिव। ਤੇ ਇਹਦੇ ਵਿੱਚ ਪਹਿਲੀ ਸਟੇਜ ਮੰਨੀ ਜਾਂਦੀ ਹੈ ਸੈਂਸਰੀ ਮੋਟਰ, दूसरी मनी जाती है प्री ऑपरेशनल, तीसरी मनी जाती है कंक्रीट ऑपरेशनल ते चौथी मनी जाती है फॉर्मल ऑपरेशनल। ठीक है, अगला, अकॉर्डिंग टू द पियाजेट थ्योरी ऑफ इंटेलेक्चुअल डेवलपमेंट स्कीमा इज डिफाइंड एज। देखो पियाजेट ने जिहड़ी कॉग्निटिव डेवलपमेंट की थ्योरी दी सी ਉਹਦੇ ਵਿੱਚੋਂ एक और क्वेश्चन आया
ਜਿਹੜੇ ਸਾਡਾ ਬੁੱਧੀ ਦਾ ਵਿਕਾਸ ਹੁੰਦਾ ਨਾ, ਜਿਹੜੇ ਸਾਡੇ ਦਿਮਾਗ ਜਾਂ ਸਾਡੀ ਬੋਧਾਤਮਕ ਬਣਤਰ ਹੈ, ਉਹਦੇ ਬਿਲਕੁਲ ਬੁਨਿਆਦੀ ਅੰਸ਼ ਹੈ ਜਿਹੜਾ, ਉਹਨੂੰ ਸਕੀਮਾ ਕਿਹਾ ਜਾਂਦਾ, ਬੇਸਿਕ ਫੰਕਸ਼ਨਲ ਯੂਨਿਟ ਆਫ ਕੋਗਨੀਟਿਵ ਸਟਰਕਚਰ। ਫਿਰ ਉਸ ਤੋਂ ਬਾਅਦ ਬੜਾ ਈਜ਼ੀ ਕੁਐਸਚਨ ਆਈ, ਕੋਲਬਰਗ ਦੀ ਥਿਊਰੀ ਹੈ ਜਿਹੜੀ, ਉਹਦੀਆਂ ਕਿੰਨੀਆਂ ਸਟੇजेस ਨੇ? ਟੋਟਲ 3 ਲੈਵਲਸ ਹੈ ਤੇ 6 ਸਟੇजेस ਹੈ। 3 ਲੈਵਲ ਤੇ 6 ਸਟੇजेस ਹੈ, ਜਿਹਦੇ ਵਿੱਚ ਪਹਿਲੀ ਸਟੇਜ ਹੈ ਓਬੀਡੀਐਂਸ ਵਰਸਸ ਪਨਿਸ਼ਮੈਂਟ, ਜਿਹੜੀ ਦੂਸਰੀ ਸਟੇਜ ਹੈ ਉਹ ਹੈ ਇੰਡੀਵਿਜੂਅਲਿਜ਼ਮ ਐਂਡ ਐਕਸਚੇਂਜ, ਜਿਹੜੀ ਤੀਸਰੀ ਸਟੇਜ ਹੈ ਉਹ ਹੈ ਇੰਟਰਪਰਸਨਲ ਰਿਲੇਸ਼ਨਸ਼ਿਪਸ, ਜਿਹੜੀ ਚੌਥੀ ਸਟੇਜ ਹੈ ਉਹ ਹੈ ਅਥਾਰਟੀ ਵਰਸਸ ਅਥਾਰਟੀ ਐਂਡ ਸੋਸ਼ਲ ਆਰਡਰ, ਜਿਹੜੀ ਪੰਜਵੀਂ ਸਟੇਜ ਹੈ ਉਹ ਹੈ ਸੋਸ਼ਲ ਕੰਟਰੈਕਟ, ਤੇ ਜਿਹੜੀ 6ਵੀਂ ਸਟੇਜ ਹੈ ਉਹ ਹੈ ਯੂਨੀਵਰਸਲ ਪ੍ਰਿੰਸੀਪਲਸ। ठीक है, लास्ट क्वेश्चन आया सी ZPD, जोन ऑफ प्रॉक्सिमल डेवलपमेंट। ਜਦੋਂ ਤੁਹਾਨੂੰ ਕੁਐਸਚਨ ਇਦਾਂ ਹੀ ਯਾਦ ਹੋਏ ਨਾ, ZPD ਕੀ ਹੈ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਫਿਰ ਤੁਸੀਂ ਆਪਸ਼ਨਸ ਨਾਲ ਚੈੱਕ ਹੀ ਕਰਦੇ ਹੋ, ਸਾਈਕੋਲੋਜੀਕਲ ਨਹੀਂ ਹੈ, ਪੋਸਟੀਰੀਅਰ ਨਹੀਂ ਹੈ, ਪੈਰਲਲ ਨਹੀਂ ਹੈ, ਪ੍ਰੋਕਸੀਮਲ ਹੈ। ਠੀਕ ਹੈ, ਸੋ ऐसे सारे पिछले साल ਦੇ ਕੁਐਸਚਨਸ, ਆਈ ਹੋਪ ਤੁਹਾਨੂੰ ਸਹੀ ਆਨਸਰਸ ਮਿਲ ਗਏ ਹੋਣਗੇ, ਤੁਸੀਂ ਸਮਝ ਲਿਆ ਹੋਏਗਾ। ਇਸੇ ਤਰ੍ਹਾਂ ਜੇ ਤੁਸੀਂ ਪੰਜਾਬ ਟੈਟ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ, ਆਨਲਾਈਨ ਵੀ ਜਾਂ ਆਫਲਾਈਨ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਆਨਲਾਈਨ ਸਾਡੇ ਮੋਬਾਈਲ ਐਪਲੀਕੇਸ਼ਨ ਐਜੂਕੇਸ਼ਨ ਵਰਲਡ ਦੇ ਥਰੂ ਤੁਸੀਂ ਕੋਰਸ ਪਰਚੇਜ਼ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕਸ ਗਿਵਨ ਹੈ, ਕੰਟੈਕਟ ਡਿਟੇਲਸ ਗਿਵਨ ਨੇ। ਜੇ ਤੁਸੀਂ ਲਾਈਵ ਕਲਾਸਿਸ ਸਾਡੇ ਨਾਲ ਲਗਾਉਣਾ ਚਾਹੁੰਦੇ ਹੋ, ਸਬਜੈਕਟ ਐਕਸਪਰਟਸ ਤੋਂ ਤਿਆਰੀ ਕਰਨਾ ਚਾਹੁੰਦੇ ਹੋ ਪੰਜਾਬ ਟੈਟ ਦੇ ਪੇਪਰ ਦੀ, ਤੇ ਤੁਸੀਂ ਛੇਤੀ ਤੋਂ ਛੇਤੀ ਕੰਟੈਕਟ ਕਰਕੇ ਆਪਣਾ ਐਨਰੋਲਮੈਂਟ ਜਿਹੜੀ ਹੈਗੀ ਉਹ ਪੋਸਟ ਕਰਵਾ ਸਕਦੇ ਹੋ, ਤੇ ਛੇਤੀ ਤੋਂ ਛੇਤੀ ਪੇਪਰ ਦੀ ਤਿਆਰੀ ਦੇ ਵਿੱਚ ਸਾਡੇ ਨਾਲ ਜੁੜ ਸਕਦੇ ਹੋ। ਧੰਨਵਾਦ।